ਸੰਗਰੂਰ ਦੇ ਕਿਸਾਨ ਜੁੜੇ ਸੀ ਜੀ। ਉਹਨਾਂ ਨੇ ਆਪਣੇ ਪਿੰਡ ਦੀ ਗੱਲ ਸੁਣਾਈ ਕਿ ਮਸ਼ੀਨ ਆਈ, ਸਬਸਿਡੀ ਬੋਝੇ 'ਚ ਪਾਈ ਤੇ ਸੰਬੰਧਿਤ ਫੈਕਟਰੀ ਵਾਲਾ ਮਸ਼ੀਨ ਚੱਕ ਕੇ ਲੈ ਗਿਆ। ਮੈਂ ਪਿਛਲੇ 10 ਦਿਨ ਤੋਂ ਲਗਾਤਾਰ ਇਹ ਕਹਿੰਦਾ ਆ ਰਿਹਾ ਕਿ ਮੌਜੂਦਾ ਸਰਕਾਰ ਵਾਲਿਓ, ਜੇ ਇਹਦਾ ਸਹੀ ਹੱਲ ਕੱਢਣਾ ਤਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਪ੍ਰਫੁੱਲਿਤ ਕਰ ਦਿਓ, ਮਸ਼ੀਨਾਂ ਉੱਥੇ ਦੇ ਦਿਓ। ਇਸ ਪਰਾਲੀ ਨੂੰ ਕੰਪਰੈਸ ਕਰਕੇ ਦਬਾ ਕੇ ਗੋਲਚਾ ਟਾਈਪ ਬਣਾ ਲਿਆ ਜਾਂਦਾ ਹੈ। ਅਸੀਂ ਇਹਨੂੰ ਖੇਤਾਂ 'ਚ ਅੱਗ ਲਾਈ ਜਾਂਦੇ ਆ ਤੇ ਇਹਨੂੰ ਬਦਲਵਾਂ ਬੰਦੋਬਸਤ ਕਿਉਂ ਨਹੀਂ ਕਰਦੇ? 2 ਰੁਪਏ ਕਿਸਾਨ ਦੀ ਜੇਬ 'ਚ ਵੀ ਪੈਣ। ਤੁਸੀਂ ਕਿਹਾ ਕਿ 1000 ਰੁਪਇਆ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਪਾਵੇਗੀ, 1500 ਕੇਂਦਰ, ਜੇ ਉਹਨਾਂ ਨੇ ਕਹਿਤਾ ਵੀ ਨਹੀਂ ਪਾਉਂਦੇ ਤੇ 500 ਰੁਪਇਆ ਤੁਸੀਂ ਦੇ ਦਿਓ। ਇਹ ਕਹਿੰਦੇ ਕਿ 500 ਅਰਬ ਲੀਟਰ ਪਾਣੀ ਦੀ ਬਚਤ ਹੋ ਜਾਏਗੀ ਜੇ ਤੁਸੀਂ ਮਾਡਰਨ ਤਰੀਕੇ ਦੇ ਨਾਲ ਖੇਤੀ ਕਰੋਗੇ। ਤੇ ਆਮ ਆਦਮੀ ਪਾਰਟੀ ਪੰਜਾਬ ਨੇ ਬੀਜੇਪੀ ਤੇ ਵੱਡੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਵਿਧਾਇਕਾਂ ਨੂੰ ਸਰਕਾਰ ਡੇਗਣ ਦੇ ਲਈ ਕਰੋੜਾਂ ਦੀ ਆਫਰ ਹੋਈ। ਦੇਖੋ ਸਬੂਤ ਵੈਸੇ ਕੁਝ ਕਹਿ ਦੇਣਾ, ਇਹ ਗੱਲ ਤਾਂ ਅਰਵਿੰਦ ਕੇਜਰੀਵਾਲ ਉੱਥੇ ਵੀ ਕਹੀ ਜਾਂਦਾ ਸੀ 18 ਕਰੋੜ ਰੁਪਇਆ ਮਿਲ ਰਿਹਾ। ਜੀ। ਜੇ ਚੀਮਾ ਸਾਹਿਬ ਨੇ ਇਲਜ਼ਾਮ ਲਾਇਆ, ਇਹਦਾ ਪੂਰਾ ਤੱਥ ਕੱਢ ਕੇ ਲੋਕਾਂ ਦੇ ਸਾਹਮਣੇ ਲਿਆਓ। ਤੇ ਜੇ ਇਹ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਲੋਕਤੰਤਰ ਪ੍ਰਣਾਲੀ ਦੇ ਵਿੱਚ ਇਸ ਤੋਂ ਹੋਰ ਮਾੜਾ ਅਧਿਆਇ ਕੋਈ ਹੋਰ ਨਹੀਂ ਹੋ ਸਕਦਾ। ਤੇ 25 ਕਰੋੜ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕਹਿ ਤੱਕ ਤੂੰ ਛੱਡ ਕੇ ਆ ਜਾ, ਇਹ ਦੁੱਧ ਧੋਤੇ ਨਹੀਂ ਹੈਗੇ। ਇਹਨਾਂ ਨੇ 25 ਕਰੋੜ ਦਾ ਕਦੇ ਦੇਖ ਕੇ ਅੱਖਾਂ 'ਚ ਤੇ ਆ ਜਾਣਗੀਆਂ। ਤੇ ਕਈ ਤਾਂ ਇਹੋ ਜਿਹੇ ਸੱਜਣ ਬੈਠੇ ਨੇ ਜਿਹੜੇ ਕਹਿੰਦੇ ਕਰੋੜੇ ਲਿਆਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਬੱਲੋਪੁਰ। ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਨੂੰ ਲੈ ਕੇ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਵਾਰ ਦੀ ਤਰ੍ਹਾਂ ਦਿਨ ਭਰ ਦੀਆਂ ਪ੍ਰਮੁੱਖ ਖਬਰਾਂ ਤੇ ਚਰਚਾ ਕਰਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ। ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ, ਪਹਿਲੀ ਖਬਰ, ਪੰਜਾਬ ਦੇ ਵਿੱਚ ਪਰਾਲੀ ਦਾ ਮਸਲਾ ਫਿਰ ਗੰਭੀਰ ਬਣਦਾ ਜਾ ਰਿਹਾ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਨਾ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਸ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇੰਟਾ ਭੱਠਿਆਂ ਤੋਂ ਇਲਾਵਾ ਹੋਰ ਉਦਯੋਗਾਂ ਦੇ ਵਿੱਚ ਵੀ ਪਰਾਲੀ ਲਾਜ਼ਮੀ ਹੋਵੇਗੀ। ਦੇਖੋ, ਜੇ ਕਿਸੇ ਚੀਜ਼ ਦਾ ਹੱਲ ਕੱਢਣ ਤੁਰ ਪਈਏ ਜੀ, ਉਹਦਾ ਹੱਲ ਨਿਕਲ ਆਉਂਦਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇ ਬੰਦਾ ਬਿਮਾਰ ਹੋ ਜੇ, ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਜੇ, ਉਹਨੂੰ ਕੋਈ ਨਾ ਕੋਈ ਇਲਾਜ ਦੱਸਣ ਵਾਲਾ ਪਹੁੰਚ ਜਾਂਦਾ ਹੈ ਜੀ। ਇੱਥੇ ਵੀ ਦਰਅਸਲ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਗਿਆ। ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜਾ ਮਸ਼ੀਨਾਂ ਦਾ ਰੌਲਾ ਪੈ ਰਿਹਾ ਹੈ, ਅੱਜ ਸਾਡੇ ਨਾਲ ਇੱਕ ਮਾਲਵਿੰਦਰ ਸਿੰਘ ਸੰਗਰੂਰ ਦੇ ਕਿਸਾਨ ਜੁੜੇ ਸੀ ਜੀ। ਉਹਨਾਂ ਨੇ ਆਪਣੇ ਪਿੰਡ ਦੀ ਗੱਲ ਸੁਣਾਈ ਕਿ ਮਸ਼ੀਨ ਆਈ, ਸਬਸਿਡੀ ਬੋਝੇ 'ਚ ਪਾਈ ਤੇ ਸੰਬੰਧਿਤ ਫੈਕਟਰੀ ਵਾਲਾ ਮਸ਼ੀਨ ਚੱਕ ਕੇ ਲੈ ਗਿਆ। ਅਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਹਾਂ, ਉਹਦੇ ਨਾਲ ਉਸ ਦਾ ਡੁਪਲੀਕੇਟ ਸਿਸਟਮ ਨਾਲੇ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਹਨਾਂ ਮਾਮਲਿਆਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਗੰਭੀਰਤਾ ਘੱਟ ਨਜ਼ਰ ਆਉਂਦੀ ਹੈ। ਜੇ ਮੁਕਤਖੋਰੀਆਂ ਛੱਡ ਕੇ ਸਰਕਾਰਾਂ ਇਹਨਾਂ ਮਸਲਿਆਂ ਦਾ ਹੱਲ ਕੱਢਣ ਵਾਲੇ ਪਾਸੇ ਤੁਰਦੀਆਂ, ਇਹਦਾ ਹੱਲ ਨਿਕਲ ਆਉਂਦਾ। ਜੀ। ਸਭ ਤੋਂ ਵੱਡੀ ਸਮੱਸਿਆ ਛੋਟੀ ਤੇ ਦਰਮਿਆਨੇ ਕਿਸਾਨ ਦੀ। ਮੈਂ ਪਿਛਲੇ 10 ਦਿਨ ਤੋਂ ਲਗਾਤਾਰ ਇਹ ਕਹਿੰਦਾ ਆ ਰਿਹਾ ਕਿ ਮੌਜੂਦਾ ਸਰਕਾਰ ਵਾਲਿਓ, ਜੇ ਇਹਦਾ ਸਹੀ ਹੱਲ ਕੱਢਣਾ ਤਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਪ੍ਰਫੁੱਲਿਤ ਕਰ ਦਿਓ, ਮਸ਼ੀਨਾਂ ਉੱਥੇ ਦੇ ਦਿਓ, ਉੱਥੇ ਟਰੈਕਟਰ ਦੇ ਦਿਓ। ਤੁਸੀਂ ਜਿਹੜੀ ਮਦਦ ਕਰਨੀ ਹੈ ਕਿਸਾਨ ਦੀ ਕਰ ਦਿਓ। ਹੁਣ ਜਿਹੜੇ ਵਾਤਾਵਰਨ ਮੰਤਰੀ ਨੇ ਤੇ ਉਚੇਰੀ ਸਿੱਖਿਆ ਦੇ ਖੇਡਾਂ ਦੇ ਮੀਤ ਹੇਅਰ ਸਾਹਿਬ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਇੱਟਾਂ ਦੇ ਭੱਠੇ ਨੇ, ਇਹਨਾਂ ਦੇ ਉੱਤੇ ਪਰਾਲੀ ਲਾਜ਼ਮੀ ਹੋਵੇਗੀ।
ਇਸ ਪਰਾਲੀ ਨੂੰ ਕੰਪਰੈਸ ਕਰਕੇ ਦਬਾ ਕੇ ਗੋਲਚਾ ਟਾਈਪ ਬਣਾ ਲਿਆ ਜਾਂਦਾ ਹੈ। ਅਸੀਂ ਇਹਨੂੰ ਖੇਤਾਂ 'ਚ ਅੱਗ ਲਾਈ ਜਾਂਦੇ ਆ ਤੇ ਇਹਨੂੰ ਬਦਲਵਾਂ ਬੰਦੋਬਸਤ ਕਿਉਂ ਨਹੀਂ ਕਰਦੇ? 2 ਰੁਪਏ ਕਿਸਾਨ ਦੀ ਜੇਬ 'ਚ ਵੀ ਪੈਣ। ਤੁਸੀਂ ਕਿਹਾ ਕਿ 1000 ਰੁਪਈਆ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਪਾਵੇਗੀ, 1500 ਕੇਂਦਰ। ਜੇ ਉਹਨਾਂ ਨੇ ਕਹਿਤਾ ਵੀ ਨਹੀਂ ਪਾਉਂਦੇ ਤੇ 500 ਰੁਪਇਆ ਤੁਸੀਂ ਦੇ ਦਿਓ ਜੀ। 1000 ਰੁਪਇਆ ਕਿਸਾਨ ਨੂੰ ਮਿਲ ਜਾਏਗਾ। ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕਿਰਾਇਆ ਰੱਖ ਲਓ, ਔਰ ਜਿਹੜਾ ਤੁਸੀਂ ਕਹਿੰਦੇ ਭੱਠਿਆਂ ਵਾਲੇ ਨੇ ਖਰੀਦਣਾ ਹੈ, 1000 ਰੁਪਇਆ ਜੇ ਕਿਸਾਨ ਨੂੰ ਤੁਸੀਂ ਦੇਤਾ, 1000 ਰੁਪਇਆ ਭੱਠਿਆਂ ਵਾਲਿਆਂ ਦਾ ਜਾਂ ਉਦਯੋਗ ਵਾਲਿਆਂ ਦਾ ਆ ਗਿਆ, ਤੇ ਕਿਸਾਨ ਕੋਲ 2000 ਰੁਪਇਆ ਆ ਜਾਏਗਾ। ਉਹਦੇ ਵਿੱਚੋਂ ਜੇ 1500 ਖਰਚ ਹੁੰਦਾ ਕਰ ਲੇਗਾ, ਉਹਨੂੰ 500 ਰੁਪਇਆ ਬਚ ਗਿਆ। ਬਿਜਲੀ ਬੋਰਡ ਦਾ ਆਪਣਾ ਪ੍ਰੋਜੈਕਟ ਸੀ ਪਰਾਲੀ ਤੋਂ ਬਿਜਲੀ ਬਣਾਉਣ ਵਾਲਾ ਜਲਖੇੜੀ ਦੇ ਵਿੱਚ, ਉਹ ਬੰਦ ਪਿਆ ਜੀ। ਛੋਟੇ ਨਹਿਰਾਂ ਤੇ ਪ੍ਰੋਜੈਕਟ ਲਾਏ ਸੀ, ਉਹਨਾਂ ਚੋਂ ਕਿੰਨੇ ਬੰਦ ਕਰਤੇ? ਜੇ ਮੀਤ ਏਅਰ ਸਾਹਿਬ ਨੇ ਕਿਹਾ, ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ। ਉਹ ਕਹਿੰਦੇ ਇਸ ਸਾਲ ਅਸੀਂ 20% ਹਿੱਸੇ ਨੂੰ ਕਵਰ ਕਰ ਲਾਂਗੇ। ਜੇ ਇਸ ਵਾਰ 20% ਹੋ ਗਿਆ, ਸਰਕਾਰ ਦੀ ਨੀਅਤ ਚੰਗੀ ਰਹੀ ਕੰਮ ਕਰਨ ਦੀ, ਤੇ ਫਿਰ ਅਗਲੇ 5 ਸਾਲਾਂ ਦੇ ਵਿੱਚ 100% ਵੀ ਹੋ ਸਕਦਾ ਹੈ। ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ 1 ਲੱਖ ਟਿਊਬਵੈੱਲ ਇਸ ਸਾਲ ਦੇ ਵਿੱਚ ਜਿਹੜਾ ਸੌਰ ਊਰਜਾ ਤੇ ਕਰ ਦਿਆਂਗੇ, 200 ਕਰੋੜ ਦਾ ਫਾਇਦਾ ਹੋਵੇਗਾ। ਤੇ ਜੇ ਇਹ ਕੁਝ 1996 ਤੋਂ ਜਦੋਂ ਇਹ ਮੁਕਤਖੋਰੀ ਸ਼ੁਰੂ ਕੀਤੀ, ਉਦੋਂ ਤੋਂ ਕੀਤੀ ਹੁੰਦੀ, ਹੁਣ ਤੱਕ ਟੀਚਾ ਪੂਰਾ ਹੋਇਆ ਹੁੰਦਾ ਜੀ। ਜਿਹੜੀ ਬਿਜਲੀ ਅਸੀਂ ਮੁਫਤ 'ਚ ਦਿੰਦੇ ਆ, ਨਾਲ ਤਾਂ ਉਹਦੀ ਬਚਤ ਰਹਿੰਦੀ, ਤੇ ਜਿਹੜੇ ਆ ਤਾਪ ਬਿਜਲੀ ਘਰ ਇੱਥੇ ਗੱਡੇ ਗਏ, ਇਹਨਾਂ ਨੂੰ ਵੀ ਕਰ ਲਓ ਕਿ ਇਹ ਪਰਾਲੀ ਦਾ ਗੱਠਾ ਬਣਾ ਕੇ, ਗੋਲਚੇ ਬਣਾ ਕੇ ਉਹਨੂੰ ਪ੍ਰਾਪਤ ਕਰ ਲੈਣ। ਪਿਛਲੀ ਸਰਕਾਰ ਨੇ ਉਦੋਂ ਪਹਿਲਾਂ 2017 ਤੱਕ ਜਿਹੜੀ ਬਾਪ ਬੇਟਾ ਬਾਦਲ ਪਰਿਵਾਰ ਦੀ ਸਰਕਾਰ ਸੀ, ਅਕਾਲੀ ਭਾਜਪਾ ਇਕੱਠੀ, ਉਹਨਾਂ ਨੇ 750 ਕਰੋੜ ਰੁਪਈਆ ਲਾ ਕੇ ਤਾਪ ਬਿਜਲੀ ਘਰ ਬਠਿੰਡੇ ਨੂੰ ਨਵਿਆਇਆ, ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆ ਕੇ ਬੰਦ ਕਰਤਾ। ਉਹੀ ਮਨਪ੍ਰੀਤ ਬਾਦਲ ਜਿਹੜਾ ਕਹਿੰਦਾ ਹੁੰਦਾ ਸੀ ਖਜ਼ਾਨਾ ਮੰਤਰੀ ਦੇ ਤੌਰ ਤੇ ਕਿ ਮੈਂ ਚਿਮਨੀਆਂ 'ਚੋਂ ਧੂਆਂ ਬੰਦ ਨਹੀਂ ਹੋਣ ਦੇਣਾ, ਅੱਜ ਗੱਲ ਹੀ ਨਹੀਂ ਕਰਦਾ ਇਸ ਗੱਲ ਤੇ। ਉਹ ਸਰਕਾਰ ਨੇ, ਕੈਪਟਨ ਸਾਹਿਬ ਵਾਲੀ ਨੇ ਕਹਿਤਾ ਕਿ 100 ਮੈਗਾਵਾਟ ਅਸੀਂ ਪਰਾਲੀ ਤੇ ਚਲਾਵਾਂਗੇ। ਉਹਨਾਂ ਦਾ ਬਿਜਲੀ ਮੰਤਰੀ ਸੀ ਗੁਰਪ੍ਰੀਤ ਸਿੰਘ ਕਾਂਗੜ, ਉਦੋਂ ਹੀ ਮੁੱਕਰ ਗਏ। ਹੁਣ ਜੇ ਸਰਕਾਰ ਕਹਿੰਦੀ ਹੈ ਕਿ ਜਿੰਨੇ ਹੋਰ ਸਾਡੇ ਇੱਥੇ ਭੱਠੀਆਂ ਪੁੱਠੀਆਂ ਨੇ, ਉਦਯੋਗ ਨੇ, ਉਹਨਾਂ ਦੇ ਵਿੱਚ ਅਸੀਂ ਬਦਲਵਾਂ ਰੂਪ ਕਰਕੇ ਪਰਾਲੀ ਦੀ ਵਰਤੋਂ ਕਰਾਂਗੇ, ਤੇ ਜੇ 20% ਤੁਸੀਂ ਇਸ ਵਾਰ ਕਰ ਲਓ, ਇਹ ਬਹੁਤ ਵੱਡੀ ਗਨੀਮਤ ਹੋਵੇਗੀ। ਕਰੋ ਸਹੀ, ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਮੰਨੀ ਜਾ ਰਹੀ ਹੈ। ਕਈ ਹੋਰ ਪ੍ਰਬੰਧ ਵੀ ਹੈਗੇ ਨੇ, ਉਹਨੂੰ ਵੀ ਤੁਸੀਂ ਲੈ ਕੇ ਆਓ। ਜੇ ਇਹ ਚੰਗਾ ਹੋਵੇਗਾ ਕਿ ਪਰਾਲੀ ਨੂੰ ਆਪਾਂ ਇਸ ਤਰੀਕੇ ਨਾਲ ਵਰਤ ਲਈਏ, ਤੇ ਜਾਂ ਜਿਹੜਾ ਡੀਕੰਪੋਜ਼ਰ, ਬਾਇਓ ਡੀਕੰਪੋਜ਼ਰ ਦਿੱਲੀ ਵਾਲੇ ਵਰਤਦੇ ਆ, ਉਹਦਾ ਤਜਰਬਾ ਕਰਕੇ ਦੇਖ ਲਓ, ਥੋੜ੍ਹਾ ਬਹੁਤਾ ਸ਼ਾਇਦ ਉਹ ਵੀ ਕੋਈ ਅਸਰ ਕਰ ਜੇ। ਇਹ ਸਾਂਝਾ ਹੱਲ ਹੈ, ਇਕੱਲੇ ਸਰਕਾਰਾਂ ਤੇ ਤੁਹਾਡੀਆਂ ਠੰਡੇ ਕਮਰਿਆਂ 'ਚ ਬੈਠਣ ਵਾਲਿਆਂ ਨੇ ਨਹੀਂ ਕਰਨਾ। ਸਾਡੇ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਮੇਰੀ ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਸੀਂ ਕਿਰਪਾ ਕਰੋ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਰੱਖੋ। ਦੂਜੇ ਪਾਸੇ ਢਿੱਲੋਂ ਸਾਹਿਬ, ਇੱਕ ਅੰਤਰਰਾਸ਼ਟਰੀ ਸੰਸਥਾ ਦੇ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਉਹ ਪਰਾਲੀ ਨੂੰ ਨਾ ਸਾੜਨ। ਇਹ ਸੰਸਥਾ ਦਾ ਨਾਮ ਹੈਗਾ ਜੀ ਅੰਤਰਰਾਸ਼ਟਰੀ ਸੰਸਥਾ ਨੇਚਰ ਕੰਜ਼ਰਵੇਂਸੀ ਜੀ। ਇਹਨਾਂ ਦੇ ਡਾਇਰੈਕਟਰ ਤੇ MD ਗਲੋਬਲ ਪੱਧਰ ਕਰਦੇ ਨੇ ਮੈਟ ਬਰਾਊਨ। ਤਕਰੀਬਨ 59 ਦੇ 1/60 ਦੇਸ਼ਾਂ ਵਿੱਚ ਰਹਿੰਦ ਖੂੰਹਦ ਪ੍ਰਬੰਧਨ ਦੇ ਉੱਤੇ ਕੰਮ ਕਰ ਰਿਹਾ, ਸਾਂਭ ਸੰਭਾਲ ਸੰਬੰਧੀ ਕੰਮ ਕਰ ਰਿਹਾ। ਇਹ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਆਏ। ਇਹ ਕਹਿੰਦੇ ਕਿ 500 ਅਰਬ ਲੀਟਰ ਪਾਣੀ ਦੀ ਬਚਤ ਹੋ ਜਾਏਗੀ ਜੇ ਤੁਸੀਂ ਮਾਡਰਨ ਤਰੀਕੇ ਦੇ ਨਾਲ ਖੇਤੀ ਕਰੋਗੇ। ਪੰਜਾਬ 'ਚ ਆਏ ਨੇ,
ਕਿਹੜੇ ਵਿਭਾਗਾਂ ਨਾਲ ਉਹਨਾਂ ਨੇ ਮੀਟਿੰਗ ਕਰਨੀ ਹੈ। ਜੇ ਉਹ ਰਹਿੰਦ ਖੂੰਹਦ ਨੂੰ ਵੀ ਤੇ ਵਿਗਿਆਨਕ ਖੇਤੀ ਕਹਿੰਦੇ ਕਰੋ, 500 ਅਰਬ ਡਾਲਰ 500 ਅਰਬ ਲੀਟਰ, ਇਹ ਤਾਂ ਬਹੁਤ ਵੱਡਾ ਅੰਕੜਾ ਹੈ। ਜੇ ਇਹ ਪਾਣੀ ਦੀ ਬਚਤ ਹੋ ਜਾਵੇ, ਕੁਝ ਕੀਤਾ ਜਾਵੇ, ਜਿਹੜੀਆਂ ਸੰਸਥਾਵਾਂ ਇਸ ਪਾਸੇ ਵੱਲ ਕੰਮ ਕਰਦੀਆਂ, ਔਰ ਕਈ ਉਹ ਲੋਕ ਜਿਹੜੇ ਕਹਿੰਦੇ ਮੈਂ ਨਾ ਮੰਨੂ, ਮੈਂ ਤਾਂ ਅੱਗ ਲਾਉਂਗਾ, ਇਹ ਸਰਕਾਰ ਹੋਰ ਕਿਸਮ ਦੀ ਹੈ। ਭਗਵੰਤ ਸਿੰਘ ਮਾਨ ਦਾ ਸਿਸਟਮ ਹੋਰ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਲੰਡੇ ਨੂੰ ਮੀਨਾ 100 ਕੋਹ ਤੋਂ ਟੱਕਰਦਾ ਹੈ। ਆਪਾਂ ਇੱਕ ਦੂਜੇ ਦਾ ਸਹਿਯੋਗ ਦਈਏ, ਇਸ ਗੱਲ ਦੀਆਂ ਅੜੀਆਂ ਨਾ ਕਰੀਏ। ਅਸੀਂ ਇਹ ਚੀਜ਼ ਕਰਕੇ ਬਿਮਾਰੀਆਂ ਨੂੰ ਖੁਦ ਸੱਦਾ ਦੇ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਹਦੇ 'ਚ ਜੋ ਵੀ ਯੋਗਦਾਨ ਬਣਦਾ ਉਹ ਪਾਉਣਾ ਚਾਹੀਦਾ ਹੈ ਤੇ ਜ਼ਮੀਨੀ ਹਕੀਕਤਾਂ ਤੇ ਕੰਮ ਕਰਨਾ ਚਾਹੀਦਾ ਹੈ। ਜੇ ਮੀਤ ਹੇਅਰ ਸਾਹਿਬ ਨੇ ਐਕਟੀ 20% ਕਾਮਯਾਬ ਕਰਨ ਨੂੰ ਕਿਹਾ, ਮੈਂ ਸਮਝਦਾ ਜੇ ਤੁਸੀਂ ਗੰਭੀਰਤਾ ਨਾਲ ਲਾਉਂਗੇ, ਅਗਲੀ ਵਾਰੀ ਇਹ 20 ਦੀ ਥਾਂ ਤੇ 40% ਵੀ ਸਾਂਭੀ ਜਾ ਸਕਦੀ ਹੈ। ਜੀ। ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਨੇ ਬੀਜੇਪੀ ਤੇ ਵੱਡੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਵਿਧਾਇਕਾਂ ਨੂੰ ਸਰਕਾਰ ਡੇਗਣ ਦੇ ਲਈ ਵੀ ਕਰੋੜਾਂ ਦੀ ਆਫਰ ਹੋਈ। ਦੇਖੋ, ਸਬੂਤ ਕੱਢੋ ਜੀ। ਵੈਸੇ ਕੁਝ ਕਹਿ ਦੇਣਾ, ਇਹ ਗੱਲ ਤਾਂ ਅਰਵਿੰਦ ਕੇਜਰੀਵਾਲ ਉੱਥੇ ਵੀ ਕਹੀ ਜਾਂਦਾ ਸੀ 18 ਕਰੋੜ ਰੁਪਇਆ ਮਿਲ ਰਿਹਾ। ਜੀ ਜੀ। ਜੇ ਚੀਮਾ ਸਾਹਿਬ ਨੇ ਇਲਜ਼ਾਮ ਲਾਇਆ, ਇਹਦਾ ਪੂਰਾ ਤੱਥ ਕੱਢ ਕੇ ਲੋਕਾਂ ਦੇ ਸਾਹਮਣੇ ਲਿਆਓ। ਤੇ ਜੇ ਇਹ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ, ਤਾਂ ਲੋਕਤੰਤਰ ਪ੍ਰਣਾਲੀ ਦੇ ਵਿੱਚ ਇਸ ਤੋਂ ਹੋਰ ਮਾੜਾ ਅਧਿਆਇ ਕੋਈ ਹੋਰ ਨਹੀਂ ਹੋ ਸਕਦਾ। ਇੱਥੇ ਅਸੀਂ ਕਦੋਂ ਤੋਂ ਦੇਖਦੇ ਆ ਰਹੇ ਹਾਂ। ਸਭ ਤੋਂ ਪਹਿਲਾਂ ਇਸੇ ਮੋਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ ਇਹ ਕੀਤਾ। ਲੋਕ ਕਿਸੇ ਨੂੰ ਦਰਕਾਰ ਦਿੰਦੇ ਆ ਤੇ ਇਹ ਲੋਕ ਖਰੀਦੋ ਫਰੋਖਤ ਕਰਕੇ ਉਹੀ ਲੋਕਾਂ ਨੂੰ ਲੈ ਆਉਂਦੇ ਆ ਜਿਨ੍ਹਾਂ ਨੂੰ ਆਮ ਜਨਤਾ ਨੇ ਦੁਰਕਾਰਿਆ ਹੁੰਦਾ ਹੈ। ਇਹਨਾਂ ਨੇ ਦੋਸ਼ ਲਾਇਆ ਕਿ 10 ਵਿਧਾਇਕਾਂ ਨੂੰ ਕਰੋੜਾਂ ਦੀ ਆਫਰ ਆਈ ਹੈ। ਕਹਿੰਦੇ 1375 ਕਰੋੜ ਇਹਦੇ ਵਾਸਤੇ ਪੈਸਾ ਪੂਸਾ ਵੀ ਇਕੱਠਾ ਕਰ ਲਿਆ ਤੇ 25 ਕਰੋੜ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕਹਿਤਾ ਕਿ ਤੂੰ ਛੱਡ ਕੇ ਆ ਜਾ, ਇਹ ਦੁੱਧ ਧੋਤੇ ਨਹੀਂ ਹੈਗੇ। ਚੀਮਾ ਸਾਹਿਬ, ਆ ਜਿਹੜਾ ਤੁਸੀਂ ਸਾਰਾ ਭਾਨਵਤੀ ਦਾ ਕੁੜਵਾ ਹੈ ਨਾ, ਇਹ ਜਿਹੜਾ ਇਕੱਠਾ ਕੀਤਾ ਹੈਗਾ ਕਿ ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨਵਤੀ ਨੇ ਕੁਨਵਾ ਜੋੜਾ, ਕਹੀਂ ਕੀ ਈਟ ਕਹੀਂ ਕਾ ਰੋੜਾ। ਇਹਨਾਂ ਨੇ 25 ਕਰੋੜ ਦਾ ਕਦੇ ਦੇਖ ਕੇ ਅੱਖਾਂ 'ਚ ਆ ਜਾਣਗੀਆਂ। ਤੇ ਕਈ ਤਾਂ ਇਹੋ ਜਿਹੇ ਸੱਜਣ ਬੈਠੇ ਨੇ ਜਿਹੜੇ ਕਹਿੰਦੇ ਕਰੋੜੇ ਲਿਆਓ। ਗੁਰਦਾਸ ਮਾਨ ਸਾਹਿਬ ਇੱਕ ਗਾਣੇ 'ਚ ਕਹਿੰਦੇ ਆ, ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਿਕੈਂਦੀ ਭਾਅ ਮਿੱਤਰਾ, ਇੱਥੇ ਰੋਂਦੇ ਚਿਹਰੇ ਨਹੀਂ ਵੇਖਦੇ, ਹੱਸਣ ਦੀ ਆਦਤ ਪਾ ਮਿੱਤਰਾ, ਇੱਥੇ ਸਭ ਚੀਜ਼ ਵਿਕਾਊ ਹੈ। ਤੇ ਪਹਿਲਾਂ ਵੀ ਅਸੀਂ ਵਿਕਦੇ ਦੇਖੇ ਹੈ। ਤੁਸੀਂ ਆਪਣਾ ਕੁਨਬਾ ਸਾਂਭ ਕੇ ਰੱਖਿਓ। ਜਿੱਦਣ ਇਹਨਾਂ ਨੂੰ ਕਈ ਇਹੋ ਜਿਹੇ ਸਾਥੀ ਬੈਠੇ ਨੇ ਜਿਨ੍ਹਾਂ ਨੂੰ 2 ਕਰੋੜ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ, ਤੁਸੀਂ ਤਾਂ 20 ਕਰੋੜ ਦੀ ਗੱਲ ਕਰਦੇ ਹੋ, 25 ਦੀ। ਸੋ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਕਿ ਜੇ ਚੀਮਾ ਸਾਹਿਬ ਦੀ ਗੱਲ ਸਾਰੀ ਸੱਚੀ ਹੈ ਤਾਂ ਲੋਕਤੰਤਰ ਪ੍ਰਣਾਲੀ ਦੇ ਵਿੱਚ ਇਹ ਮਾੜੀ ਗੱਲ ਹੈ। ਪਰ ਚੀਮਾ ਸਾਹਿਬ ਉਹਦੇ ਸਬੂਤ ਲੋਕ ਕਚਹਿਰੀ ਦੇ ਵਿੱਚ ਰੱਖੋ ਤੇ ਆਪਣਿਆਂ ਨੂੰ ਬਚਾ ਕੇ ਰੱਖੋ। ਪਰ ਜਿਹੜੇ ਤੁਸੀਂ ਬਹੁਤ ਗਿਣਤੀ ਲੈ ਕੇ ਆਂਦੀ ਆ, ਜਿਹੜਾ ਕੁਝ ਤੁਹਾਡੇ ਮੰਤਰੀ ਵਿਧਾਇਕ ਕਰ ਰਹੇ ਨੇ, ਇਹ ਮਾੜਾ ਜਿਹਾ ਵੇਖ ਲਿਓ। ਔਰ ਸਬਕ ਤਾਂ ਬਹੁਤ ਸਿਖਾਤਾ ਕੇਜਰੀਵਾਲ ਸਾਹਿਬ ਨੇ ਵੀ, ਭਗਵੰਤ ਮਾਨ ਸਾਹਿਬ ਨੇ ਵੀ। ਹਾਂ, ਜੇ ਇਹ ਗੱਲ ਚੀਮਾ ਸਾਹਿਬ ਦੇ ਦੋਸ਼ ਬਿਲਕੁਲ ਸੱਚ ਨੇ, ਫਿਰ ਲੋਕਤੰਤਰ ਦੇ ਵਿੱਚ ਇਹ ਮਾੜਾ ਪ੍ਰਭਾਵ ਜਾਏਗਾ। ਜੀ। ਤੇ ਸੰਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਸ਼੍ਰੋਮਣੀ ਕਮੇਟੀ ਤੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਸਿੱਖ ਪੰਥ ਦੀ ਪ੍ਰਤੀਨਿਧਤਾ ਨਹੀਂ ਕਰਦੀ, ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਰਹੇ। ਮਾਨ ਸਾਹਿਬ ਨੇ ਇਹ ਗੱਲ ਪਹਿਲੀ ਵਾਰ ਨਹੀਂ ਕਹੀ ਜੀ, ਉਹਨਾਂ ਨੇ ਬਹੁਤ ਵਾਰੀ ਕਹਿਤੀ ਹੈ। ਜਿਹੜੀ ਧਾਮੀ ਸਾਹਿਬ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ, ਉਹਨਾਂ ਨੇ
3 ਮਈ ਨੂੰ ਇੱਕ ਸਾਂਝੀ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਮਾਨ ਸਾਹਿਬ ਨਾਲ ਬੈਠੇ ਸੀ, ਜਮਾ ਗੋਡੇ ਨਾਲ ਗੋਡਾ ਜੋੜ ਕੇ ਸਰਦਾਰ ਸੁਖਬੀਰ ਸਿੰਘ ਦੇ। ਸੰਗਰੂਰ ਦੀ ਉਪਚੋਣ ਵਿੱਚ ਕਹਿੰਦੇ ਅਕਾਲੀ ਮੇਰੇ ਕੋਲ ਆਏ ਵੀ ਸੀ ਕਿ ਤੁਸੀਂ ਬਹਿ ਜਾਓ, ਅਗਲੀ ਵਾਰੀ ਤੁਹਾਨੂੰ ਜਿਤਾ ਦੇਵਾਂਗੇ। ਜੇ ਮਾਨ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ ਹੁੰਦੀ, ਹੋ ਸਕਦਾ ਜਿਹੜਾ ਕੁਝ ਉਹਨਾਂ ਨਾਲ ਵਾਪਰਿਆ 4-4 ਹਜ਼ਾਰ ਵੋਟ ਪਈ ਹੈ ਉਹ ਮਾਨ ਸਾਹਿਬ ਨਾਲ ਵਾਪਰ ਜਾਂਦਾ। ਜੀ ਮਾਨ ਸਾਹਿਬ ਕੋਲੇ ਕੋਈ ਟੀਮ ਦੂਰਅੰਦੇਸ਼ੀ ਵਾਲੀ ਸੀ ਕਿ ਜਿਹੜਾ ਕੁਨਬਾ ਆਪ ਡੁੱਬਦਾ ਜਾ ਰਿਹਾ ਹੈ ਉਹ ਦੂਜੇ ਨੂੰ ਪਾਰ ਕੀ ਲੰਘਾਏਗਾ। ਉਹ ਕਹਿੰਦੇ ਵੀ ਇਸ ਵੇਲੇ ਜਿਹੜੀ ਇਹ ਕੱਲ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਸਨ, ਉਹ ਕਹਿੰਦੇ ਹੁਣ ਇਹ ਸਿੱਖਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ, ਇਹਦਾ ਸਾਰਾ ਟਿੱਲ ਸਾਰਾ ਜ਼ੋਰ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਲੱਗਿਆ ਵਾ, ਜਿਹੜਾ ਸਿੱਖਾਂ ਦੇ ਅਸੂਲਾਂ ਤੋਂ ਉਲਟ ਚੱਲ ਰਹੇ ਨੇ। ਉਹਨਾਂ ਨੇ ਬਹੁਤ ਵਾਰੀ ਕਿਹਾ ਕਿ ਅਸੀਂ ਬੇਅਦਬੀ ਨਹੀਂ ਕੀਤੀ, ਤੁਹਾਨੂੰ ਕਹਿੰਦਾ ਕੌਣ ਹੈ? ਪਰ ਰਾਜ ਕਿਹਦਾ ਸੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੋ ਜਾਣ ਤਾਂ ਉਹਨਾਂ ਨੂੰ ਚੁਣੌਤੀ ਦੇਣ ਕਿ ਸਾਡੇ ਕੋਲੇ ਲੈ ਜਾਓ, ਫਿਰ ਤੁਸੀਂ ਲੱਭਿਆ ਨਾ। ਹੋਮ ਮਿਨਿਸਟਰ ਤੁਸੀਂ ਹੋਵੋ, ਉਹਦੀ ਬੇਅਦਬੀ ਕੀਤੀ ਗਈ, ਸਰਕਾਰ ਤੁਹਾਡੀ ਹੋਵੇ, ਕਦੇ ਸਮਝਣ ਦਾ ਯਤਨ ਕਰੋ। ਤੇ ਉਹ ਕਹਿੰਦੇ ਆ ਕਿ ਜਦੋਂ ਤੋਂ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੀ ਪਿਛਲੱਗ ਬਣ ਕੇ ਬਹਿ ਗਈ ਹੈ, ਉਹਨਾਂ ਨੂੰ ਹੁਣ ਨਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਸਮਾਂ ਦਿੰਦਾ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਸ਼ਕਤੀਆਂ ਆਪ ਹੀ ਘਟਾ ਲਈਆਂ ਨੇ, ਆਪਣੀ ਪੋਜੀਸ਼ਨ ਖਰਾਬ ਕਰ ਲਈ ਹੈ। ਇਹ ਗੱਲ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਨੇ। ਨਾਲ ਹੀ ਉਹ ਕਹਿੰਦੇ ਨੇ ਕਿ 15 ਸਤੰਬਰ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਅਕਾਲੀ ਦਲ ਮਾਨ ਵੱਲੋਂ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਕਿਵੇਂ ਹੋ ਸਕਦੀ ਹੈ ਉਹਦੀ ਉਹ ਗੱਲ ਕਰਨਗੇ। ਤੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਇਆ, ਉਹ ਪਾਰਲੀਮੈਂਟ ਦੇ ਅੰਦਰ ਜਾ ਕੇ ਵੀ ਇਸ ਮਸਲੇ ਨੂੰ ਉਠਾਉਣਗੇ। ਜੀ ਤੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿੱਲ ਜੀ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ। ਉਹਨਾਂ ਦੀ ਗ੍ਰਿਫਤਾਰੀ ਤੇ 28 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ। ਦੇਖੋ ਇਹ ਸੰਗਤ ਜੀ ਇਹੋ ਜਿਹੇ ਨੇ ਜੀ, ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਰਾਹਤ ਮਿਲਦੀ ਆ ਰਹੀ ਹੈ। ਜਿਹੜੀ ਕਿ ਸਾਧੂ ਸਿੰਘ ਧਰਮਸੋਤ ਨੂੰ ਨਹੀਂ ਮਿਲੀ, ਉਹਨੂੰ ਚੱਕਿਆ ਗਿਆ। ਇਹਨਾਂ ਨੂੰ ਗਾਉਂ ਜਵਾਨਤ ਵੀ ਮਿਲ ਗਈ। ਇਹਨਾਂ ਦਾ ਭਤੀਜਾ ਕੌਣ ਹੈ, ਉਹ ਦਲਜੀਤ ਗਿੱਲ ਜੀਆਂ, ਉਹਨੂੰ ਵੀ ਜ਼ਮਾਨਤ ਮਿਲ ਗਈ ਹੈ। ਸੋ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਤੇ ਰੋਕ ਲੱਗੀ ਵੀ ਸੀ, ਇਹਨਾਂ ਨੂੰ ਜਾਂਚ ਏਜੰਸੀ ਵਿਜੀਲੈਂਸ ਪੁਲਿਸ ਕੋਲੇ ਸ਼ਾਮਲ ਤਫਤੀਸ਼ ਹੋਣਾ ਪੈਣਾ। ਸੋ ਇਹਨਾਂ ਦੀ ਗ੍ਰਿਫਤਾਰੀ ਤੇ ਰੋਕ ਜਿਹੜੀ 28 ਸਤੰਬਰ ਤੱਕ ਅੱਗੇ ਵਧਾਤੀ ਹੈ 2 ਹਫ਼ਤਿਆਂ ਲਈ। ਹੁਣ ਅੱਗੇ ਦੇਖਣਾ ਹੋਵੇਗਾ ਕਿ ਉਦੋਂ ਅਦਾਲਤ ਕਿਹੜਾ ਫੈਸਲਾ ਕਰਦੀ ਹੈ। ਜਿਸ ਤਰ੍ਹਾਂ ਦੇ ਨਾਲ ਅਦਾਲਤ ਇਹ ਰਾਹਤ ਦਿੰਦੀ ਜਾ ਰਹੀ ਹੈ, ਹੋ ਸਕਦਾ ਅਗਲੇ ਸਮੇਂ ਦੇ ਵਿੱਚ ਇਹਨਾਂ ਨੂੰ ਪੱਕੀ ਜ਼ਮਾਨਤ ਵੀ ਦੇ ਦੇਵੇ। ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਘਰ ਘਰ ਜਿਹੜੀ ਰਾਸ਼ਨ ਵੰਡਣ ਦੀ ਸਕੀਮ ਸੀ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਹ ਖਡੂਰ ਸਾਹਿਬ ਤੋਂ ਅੱਜ ਖਬਰ ਪ੍ਰਕਾਸ਼ਿਤ ਹੋਈ ਹੈ ਜੀ ਕਿ ਜਿਹੜੀ ਡੀਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਸੀ, ਜੀ ਜੀ, ਉਹ ਇਸ ਤੋਂ ਖੁਸ਼ ਨਹੀਂ ਸੀ। ਉਹ ਕਹਿੰਦੇ ਸੀ ਵੀ ਅਸੀਂ ਵੰਡਾਂਗੇ ਕਿਵੇਂ। ਉਹ ਰੋਕ ਲਗਾ ਕੇ ਹਾਲ ਦੀ ਘੜੀ ਰੋਕ ਲਾਈ ਹੈ, ਕੋਈ ਇਹਦੇ ਤੇ ਨਹੀਂ ਕਿਤੇ ਰੱਦ ਕਰਤੀ ਹੈ। ਜੀ, ਉਹਨਾਂ ਨੇ ਪੰਜਾਬ ਸਰਕਾਰ ਦਾ ਜਵਾਬ ਮੰਗਿਆ। ਪੰਜਾਬ ਸਰਕਾਰ ਜਵਾਬ ਦੇਵੇਗੀ। ਜੇ ਸਰਕਾਰ ਨੇ ਇਹ ਗੱਲ ਕਹਿਤੀ ਕਿ ਜਿਵੇਂ 5 ਸਾਲਾਂ ਦੇ ਵਿੱਚ 3,82,000 ਇਹ ਸਮਾਰਟ ਕਾਰਡ ਰੱਦ ਕੀਤਾ ਗਿਆ ਹੈ, ਜਾਲੀ ਬੰਦੇ ਬਹੁਤ ਬਣ ਗਏ ਸੀ, ਜੇ ਅਸੀਂ ਘਰ ਘਰ ਲੈ ਕੇ ਜਾਂਦੇ ਹਾਂ, ਇਸ ਗੱਲ ਦਾ ਪਤਾ ਲੱਗ ਜਾਵੇਗਾ ਇਹ ਘਰ ਸਰਦਾ ਪੁੱਜਦਾ ਹੈ ਜਾਂ ਬਿਨਾਂ ਮਤਲਬ ਤੋਂ ਨੀਲਾ ਕਾਰਡ ਬਣਾਈ ਫਿਰਦਾ ਹੈ। ਇਹ ਗੱਲ ਸਾਫ਼ ਹੋ ਸਕਦੀ ਹੈ। ਸੋ ਬੱਲੋਪੁਰ ਜੀ ਇਹਦੇ ਵਿੱਚ ਮੈਨੂੰ ਲੱਗਦਾ ਹੁਣ ਸਰਕਾਰ ਜਵਾਬ ਦੇਵੇਗੀ। ਹਾਲ ਦੀ ਘੜੀਏ ਤੇ ਰੋਕ ਲਾਤਾ, ਜੇ 1 ਅਕਤੂਬਰ ਤੋਂ ਇਹਨਾਂ ਨੇ ਸ਼ੁਰੂ ਕਰਨਾ ਸੀ। ਜੀ, ਇਹਦੀ ਅਗਲੀ ਤਰੀਕ ਪਤਾ ਨਹੀਂ ਕਿਹੜੀ ਪਾਈ ਹੈ, ਪੂਰੀ ਖਬਰ ਸਾਡੇ ਕੋਲੇ ਨਹੀਂ ਆਈ। ਤੇ ਕਿਉਂਕਿ ਜਦੋਂ ਹਾਈ ਕੋਰਟ ਕਿਸੇ ਮਾਮਲੇ ਨੂੰ ਲੈਂਦੀ ਹੈ, ਭਾਵੇਂ ਉਹ ਇੱਕ ਵਾਰੀ ਰੋਕ ਲਾ ਦਿੰਦੀ ਹੈ, ਉਸ ਤੋਂ ਬਾਅਦ ਦੂਜਾ ਪੱਖ ਵਾਸਤੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਤੁਸੀਂ ਆਓ, ਆ ਕੇ ਆਪਣਾ ਪੱਖ ਵੀ ਦੱਸੋ, ਤੁਸੀਂ ਕਿਉਂ ਘਰ ਘਰ ਪਹੁੰਚਾਉਣ ਲੱਗੇ ਹੋ। ਇਹਦੀ ਥਾਂ ਦੇ ਉੱਤੇ ਜੇ ਇਹ ਕਰ ਦਿੱਤਾ ਜਾਵੇ ਕਿ ਜਿਹੜੇ ਬੰਦਿਆਂ ਦੇ ਕਾਰਡ ਬਣੇ ਹੋਏ ਉਹਨਾਂ ਦੇ ਬਾਹਰਲੇ ਪਾਸੇ ਲਿਖ ਦਿਓ ਗਰੀਬੀ ਰੇਖਾ ਤੋਂ ਹੇਠਾਂ ਵਾਲਾ ਪਰਿਵਾਰ, ਜੀ, ਤੇ ਸ਼ਾਇਦ ਮਾੜੀ ਮੋਟੀ ਕਿਸੇ ਦੀ ਜ਼ਮੀਰ ਜਾਗ ਪਏ ਕਿ ਮੈਂ ਕਿਸੇ ਦਾ ਹੱਕ ਕਿਉਂ ਲੈ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਹੱਕ ਪਰਾਇਆ ਨਾਨਕਾ। ਜੀ,
ਸਾਨੂੰ ਕਿਸੇ ਦਾ ਨਹੀਂ। ਉਹ ਕਹਿੰਦੇ ਵੀ ਕਿਰਤ ਕਰੋ ਵੰਡ ਛਕੋ ਜੀ ਜੀ। ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਚੰਗੀ ਖਬਰ ਹੈ ਕਿ ਪੰਜਾਬ ਸਰਕਾਰ ਇਸ ਵਾਰ ਜਿਹੜੇ ਕਣਕ ਦੇ ਬੀਜ ਨੇ ਉਹ ਸਬਸਿਡੀ ਕੱਟ ਕੇ ਪੰਜਾਬ ਦੇ ਕਿਸਾਨਾਂ ਨੂੰ ਸਸਤੇ ਭਾਅ ਦੇ ਉੱਤੇ ਬੀਜ ਮੁਹੱਈਆ ਕਰਾਏਗੀ। ਜਿਹੜੇ ਸਾਡੇ ਇਹ ਮੰਤਰੀ ਨੇ ਨਾ ਜੀ ਕੁਲਦੀਪ ਸਿੰਘ ਧਾਲੀਵਾਲ, ਮੈਂ ਕੁਝ ਇਹਨਾਂ ਨੂੰ ਦੇਖਦਾ, ਇਹ ਕਾਫੀ ਕੁਝ ਕਰਦੇ ਆ, ਕੋਈ ਪ੍ਰੈਕਟੀਕਲ ਦਾ ਯਤਨ। ਹਾਲ ਦੀ ਘੜੀ ਇਹਨਾਂ ਨੇ ਕਿਹਾ ਕਿ ਜਿਹੜਾ ਅੰਤਰਰਾਸ਼ਟਰੀ ਰਾਸ਼ਟਰੀ ਬੀਜ ਕਾਰਪੋਰੇਸ਼ਨ ਹੈ, ਇੱਕ ਤਾਂ ਬੀਜ ਉੱਥੋਂ ਲਿਆਂਦੇ ਜਾਣ। ਪੰਜਾਬ ਬੀਜ ਨਿਗਮ ਨੂੰ ਵੀ ਕਹਿਤਾ, ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਵੀ ਕਹਿਤਾ। ਇਹ ਗੱਲ ਤਾਂ ਬਹੁਤ ਵਧੀਆ ਜੀ। ਆ ਜਿਹੜਾ ਮੋਦੀ ਸਾਹਿਬ ਨੇ ਕੀਤਾ ਸੀ ਗੈਸ ਵਾਲੇ, ਪਹਿਲਾਂ ਤੁਹਾਡੇ ਖਾਤਿਆਂ 'ਚ ਪਾਵਾਂਗੇ, ਇਹ ਕੰਮ ਵਧਾਊ ਸੌਦਾ ਕਿਹੜਾ ਲਾਲ ਫੀਤਾ ਸ਼ਾਹ ਦੱਸਦਾ ਹੈ। ਠੀਕ ਹੈ, ਸਬਸਿਡੀ ਕਿਸਾਨ ਨੂੰ ਦੇਣੀ ਹੈ, ਜਿੰਨੀ ਸਬਸਿਡੀ ਦੇਣੀ ਹੈ ਉਹਦਾ ਭਾਅ ਘਟਾ ਕੇ ਦੇ ਦਿਓ। ਨਾਲੇ ਬਾਅਦ ਦੇ ਵਿੱਚ ਹਿਸਾਬ ਕਿਤਾਬ ਰੱਖਣ ਦਾ ਢਾਂਚਾ ਸਾਰਾ ਬੰਦ ਹੋ ਸਕਦਾ ਹੈ। ਇਹ ਫਾਰਮੂਲਾ ਜੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਲਿਆਂਦਾ ਹੈ, ਇਹਦਾ ਸਵਾਗਤ ਕਰਨਾ ਬਣਦਾ ਹੈ। ਮੌਕੇ 'ਤੇ ਕੰਮ ਨਿਬੜ ਜਾਵੇ। ਤੁਸੀਂ ਸਬਸਿਡੀ ਜਦੋਂ ਉਹਨੂੰ ਦਿਓ ਉਦੋਂ ਇੱਕ ਫਾਰਮ ਭਰਾ ਲਓ ਕਿ ਇੰਨੇ ਪੈਸਿਆਂ ਦੀ ਸਬਸਿਡੀ ਆ, ਪਰ ਉਹਦੇ 'ਤੇ ਚੈੱਕ ਰੱਖਣਾ ਪਊਗਾ। ਇਹ ਨਹੀਂ ਹੈ ਕਿ ਸਬਸਿਡੀ 600 ਰੁਪਏ ਦੀ ਮਿਲੇ ਤੇ 1 ਜ਼ੀਰੋ ਉਹਦੇ 'ਤੇ ਹੋਰ ਵਧਾ ਲਈ ਜਾਵੇ ਜੀ, ਔਰ ਉਹਨੂੰ ਕੱਟ ਕੇ ਪੈਸੇ ਦੇ ਦਿੱਤੇ ਜਾਣ, ਕਿਸਾਨ ਤੋਂ ਲਏ ਜਾਣ। ਇਹ ਚੰਗਾ ਕਦਮ ਹੈ। ਇਹ ਮੇਰਾ ਖਿਆਲ ਹੈ ਕਿ ਜੇ ਸਾਰੇ ਮਹਿਕਮਿਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀਆਂ ਉਲਝਣ ਤਾਣੀਆਂ ਨੇ, ਇਹਨਾਂ ਨੂੰ ਘਟਾ ਕੇ ਸਿਸਟਮ ਸਰਲ ਕਰ ਲਏ ਜਾਣ, ਉਹ ਚੰਗਾ ਸਾਬਤ ਹੋਵੇਗਾ ਜੀ। ਜੀ। ਤੇ ਜੰਮੂ ਕਸ਼ਮੀਰ ਦੀ ਸਾਬਕਾ ਵਿਧਾਇਕ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਲੜਾਂਗੇ 370 ਦੀ ਧਾਰਾ। ਸਾਬਕਾ ਮੁੱਖ ਮੰਤਰੀ ਨੇ ਜੀ ਉੱਥੋਂ ਦੇ ਜੀ। ਆ ਕੱਲ ਪਰਸੋਂ ਗੁਲਾਮ ਨਬੀ ਆਜ਼ਾਦ ਸਾਹਿਬ ਨੇ ਕਹਿਤਾ ਸੀ, ਕੱਲ ਦੀ ਗੱਲ ਹੀ ਹੈ, ਪਰਸੋਂ ਉਹਨਾਂ ਨੇ ਇੱਕ ਸਮਾਗਮ 'ਚ ਕਿਹਾ ਜੀ ਜੀ ਕਿ ਹੁਣ ਧਾਰਾ 370 ਦੁਬਾਰਾ ਨਹੀਂ ਰਹਿ ਸਕਦੀ। ਇਹਨੂੰ ਬਹੁਤ ਔਖਾ ਹੈ। ਲੇਕਿਨ ਇਹ ਜਿਹੜਾ ਗਰੁੱਪ ਹੈਗਾ ਉਹਦੇ ਵਿੱਚ ਫਾਰੂਕ ਅਬਦੁੱਲਾ ਸਾਹਿਬ ਨੇ, ਹੋਰ ਨੇ, ਇਹ ਬੀਬੀ ਜਿਹੜੀ ਮਹਿਬੂਬਾ ਮੁਫਤੀ ਹੈ, ਇਹਨਾਂ ਨੇ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਵੀ ਸਰਕਾਰ ਚਲਾਈ ਸੀ। ਉਹ ਸਰਕਾਰ ਕਿੰਨਾ ਕੁ ਚੱਲੀ ਸਾਨੂੰ ਪਤਾ ਹੈ। ਤੇ ਉਹ ਕਹਿੰਦੇ ਵੀ ਅਸੀਂ ਜਦੋਂ ਜਹਿਦ ਕਰਾਂਗੇ। ਹਰ ਬੰਦੇ ਦਾ ਆਪੋ ਆਪਣਾ ਅਧਿਕਾਰ ਹੈ, ਇਹਨਾਂ ਦੀ ਪਾਰਟੀ ਦਾ ਆਪਣਾ ਸਟੈਂਡ ਹੈ, ਤੇ ਜੇ ਉਹਨਾਂ ਨੇ ਇਹ ਸਟੈਂਡ ਲਿਆ ਹੈ ਤਾਂ ਹੋ ਸਕਦਾ ਲੋਕ ਉਹਨਾਂ ਦੇ ਪਿੱਛੇ ਲੱਗ ਵੀ ਜਾਣ ਜੀ। ਤੇ ਪੰਜਾਬ ਦੇ ਗਵਰਨਰ ਅੱਜ ਕੱਲ੍ਹ ਸਰਹੱਦੀ ਇਲਾਕਿਆਂ ਦੇ ਦੌਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੁਝ ਪਿੰਡਾਂ ਦੇ ਲੋਕ ਹੀ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਨੇ। ਨਾਲ ਉਹਨਾਂ ਨੇ ਪੁਲਿਸ ਨੂੰ ਵੀ ਕਿਹਾ ਜੀ ਕਿ ਪੁਲਿਸ ਵਾਲੇ ਵੀ ਇਸ ਮਾਮਲੇ ਦੇ ਵਿੱਚ ਮਿਲੇ ਹੋਏ ਨੇ। ਮੇਰਾ ਬਹੁਤ ਸਾਰੇ ਪੁਰਾਣੇ ਥਾਣੇਦਾਰਾਂ ਨਾਲ ਵਾਹ ਆ ਜੀ। ਕੋਈ ਡਿਪਟੀ ਰਿਟਾਇਰ ਹੋਇਆ, ਕੋਈ ਕੁਛ ਰਿਟਾਇਰ ਹੋਇਆ, ਕਈ SHO ਦੇ ਤੌਰ ਤੇ ਰਿਟਾਇਰ ਹੋਏ। ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਬਾਈ ਜੀ ਜੇ SHO ਚਾਹੇ ਤਾਂ ਪੱਤਾ ਨਹੀਂ ਹਿਲ ਸਕਦਾ। ਬਿਲਕੁਲ ਜੀ। ਜਦੋਂ ਤੋਂ ਅਕਾਲੀ ਭਾਜਪਾ ਸਰਕਾਰ ਵੇਲੇ ਇਹ ਹਲਕੇ ਤੇ ਥਾਣੇ ਉੱਤੇ ਇੱਕ ਡਿਪਟੀ ਲਾਤਾ, ਅਸਲ ਬਿਮਾਰੀ ਉਦੋਂ ਪੈਦਾ ਹੋਈ ਹੈ। ਪਹਿਲਾਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਕਈ ਵਾਰੀ ਇੱਕ DSP ਕੋਲੇ ਤਿੰਨ ਵਿਧਾਨ ਸਭਾ ਹਲਕੇ ਹੁੰਦੇ ਸੀ। ਜੇ ਉਹ ਗਲਤ ਕਰਨ ਦਾ ਯਤਨ ਕਰਦਾ ਸੀ, ਇੱਕ ਵਿਧਾਇਕ ਉਹ ਤੋਂ ਕਰਾਉਂਦਾ ਸੀ, ਉਹ ਨਾਲ ਦੀ ਨਾਲ ਕਰਾਉ ਚੈੱਕ ਕਰਕੇ ਕਹਿੰਦਾ ਸੀ, ਉਹ ਕਾਕਾ ਭਾਈ ਆਹ ਕੰਮ ਨਹੀਂ ਹੋਣਾ, ਹਲਕਾ ਸਾਡਾ ਵੀ ਵਿੱਚ ਹੈ ਜੀ। ਤੀਜਾ ਵੀ ਕਹਿ ਦਿੰਦਾ ਸੀ। ਤੇ ਜਦੋਂ ਤੋਂ MLA ਮੁਤਾਬਕ DSP ਸਰਕਲ ਬਣ ਗਏ, ਉਹ SSP ਦੀ ਥਾਂ ਤੇ ਪਹਿਲਾਂ MLA ਕੋਲੇ ਜਾਂਦਾ, ਜਨਾਬ ਅੱਜ ਦਾ ਦੱਸੋ ਫਿਰ ਕੀ ਕੰਮ ਆ, ਕਿਹਨੂੰ ਫੜ ਕੇ ਅੰਦਰ ਦੇਣਾ ਤੇ ਹੋਰ ਕੀ ਕੁਛ ਕਰਨਾ ਹੈ। ਇਹ ਸਥਿਤੀ ਉਦੋਂ ਤੋਂ ਵਿਗੜੀ ਹੈ। ਇਹਨੂੰ ਕੋਈ ਸ਼ੱਕ ਨਹੀਂ ਲੀਹ ਤੇ ਲਿਆਂਦਾ ਜਾ ਸਕਦਾ ਹੈ ਜੇ ਗੰਭੀਰਤਾ ਮਨ ਵਿੱਚ ਹੋਵੇ ਤਾਂ। ਲਿਆਓ, ਲੋਕ ਤੁਹਾਨੂੰ ਸਹਿਯੋਗ ਦੇਣਗੇ। ਜਿਹੜਾ ਆਮ ਵਿਅਕਤੀ ਹੈ, ਉਹਨਾਂ ਨੇ ਇਹ ਵੀ ਕਿਹਾ, ਇੱਕ ਰਿਟਾਇਰਡ SHO ਸਾਹਿਬ ਨੇ, ਅੱਜ ਕੱਲ੍ਹ ਡਿਪਟੀ ਰਿਟਾਇਰ ਹੋਏ ਨੇ, ਉਹ ਕਹਿੰਦੇ ਜੀ ਜਦੋਂ MLA ਫੋਨ ਕਰਦਾ ਹੈ ਜੀ, ਜੇ SHO ਆਮ ਲੋਕਾਂ ਦੀ ਗੱਲ ਸੁਣ ਲੇ,
ਉਸ ਗਰੀਬ ਬੰਦੇ ਦਾ ਕੰਮ ਕੀ ਹੁੰਦਾ ਹੈ? ਬਹੁਤ ਮਾਮੂਲੀ ਕੰਮ ਹੁੰਦੇ ਨੇ, ਰਸੂਖਵਾਰ ਤਾਂ ਸਾਰਾ ਕੁਝ ਕਰਾ ਲੈਂਦੇ ਨੇ। ਜੇ ਥਾਣੇ ਤੇ ਉਹਨੂੰ ਇਨਸਾਫ ਮਿਲ ਜੇ ਜਾਂ ਚੌਂਕੀ 'ਚ ਇਨਸਾਫ ਮਿਲ ਜੇ, ਉਸ ਬੰਦੇ ਨੂੰ ਉੱਤੇ ਜਾਣਾ ਹੀ ਕਿਉਂ ਪਵੇ? ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਕੰਮ ਖਤਮ ਕਰਤਾ। ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਅਸੀਂ ਆਮ ਦੇਖਿਆ ਕਿ ਨਿੱਕੇ ਮੋਟੇ ਕੰਮ ਸਰਪੰਚ ਦੇ ਘਰੇ ਬਹਿ ਕੇ ਨਿਬੜ ਜਾਂਦੇ ਸੀ ਜਾਂ ਉਹਦੇ ਗੇਟ ਤੇ ਬਹਿ ਕੇ ਨਿਬੜ ਜਾਂਦੇ ਸੀ ਜੀ। ਜਿਹੜੇ ਸਾਡੇ ਪੰਚ ਸਾਹਿਬਾਨ ਚੁਣ ਕੇ ਆਉਂਦੇ ਸੀ, ਚੁਣ ਕੇ, ਨਾਮਜ਼ਦ ਨਹੀਂ ਸੀ ਹੁੰਦੇ ਅੱਜ ਵਾਂਗੂ। ਜਿਹਦੀ ਸਰਕਾਰ ਜਾਂ ਤਾਂ ਨਾਮਜ਼ਦ ਕਰ ਲਓ ਜੀ, ਉਦੋਂ ਚੁਣ ਕੇ ਆਉਂਦੇ ਸੀ। ਬਹੁਤ ਸਾਰੇ ਪੰਚਾਂ ਦੇ ਵਿੱਚ ਵੀ ਸਰਪੰਚ ਤੋਂ ਜ਼ਿਆਦਾ ਕਰੰਟ ਹੁੰਦਾ ਸੀ ਤੇ ਗਲਤ ਨੂੰ ਗਲਤ ਕਹਿਣ, ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਹੁੰਦੀ ਸੀ। ਉਹਨਾਂ ਪਿੰਡਾਂ ਦੇ ਵਿੱਚੋਂ ਫਿਰ ਥਾਣਿਆਂ ਤੱਕ ਨਹੀਂ ਸੀ ਕੋਈ ਜਾਂਦਾ। ਇਹ ਛੋਟੇ-ਮੋਟੇ ਕੰਮ ਪਿੰਡ 'ਚ ਨਹੀਂ ਨਿਬੇੜ ਲਏ ਜਾਂਦੇ ਸੀ। ਦੂਜਾ, ਜੇ ਪੁਲਿਸ ਨੂੰ NDPS ਤੋਂ ਬਾਹਰ ਕੱਢਦੇ ਹੋ ਤੁਸੀਂ, ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਅਫੀਮ ਭੁੱਕੀ ਨੂੰ ਲੀਗਲਾਈਜ਼ ਕਰ ਦਿਓ, ਕਾਨੂੰਨ ਦਾ ਪੇਚ 'ਚ ਲੈ ਆਓ। ਆ ਸਿੰਥੈਟਿਕ ਨਸ਼ਾ ਕਦੇ ਵਿਕਣਾ ਹੀ ਨਹੀਂ। ਪੁਰਾਣੇ ਬਜ਼ੁਰਗ ਚਾਂਦੀ ਦੀ ਡੱਬੀ ਰੱਖਦੇ ਸੀ, ਸਿਹਤ ਵਿਭਾਗ ਵੱਲੋਂ ਉਹਨਾਂ ਦੇ ਲਾਇਸੈਂਸ ਬਣੇ ਹੋਏ ਸੀ, ਬਕਾਇਦਾ ਉਹਨਾਂ ਨੂੰ ਅਫੀਮ ਮਿਲਦੀ ਸੀ। ਔਰ ਉਹਨੂੰ ਅੱਜ ਤੱਕ ਕਿਸੇ ਫੀਮ ਖਾਣ ਵਾਲੇ ਦਾ ਦੱਸ ਦਿਓ ਜੇ ਉਹ ਰੱਜ ਕੇ ਕਿਤੇ ਡਿੱਗ ਟੋਲੇ ਖਾਂਦਾ ਫਿਰਦਾ ਹੋਵੇ। ਮੈਂ ਕਿਸੇ ਨਸ਼ੇ ਦੀ ਹਮਾਇਤੀ ਨਹੀਂ, ਪਰ ਜੇ ਡਰੱਗ ਤੇ ਇਹ ਸਿੰਥੈਟਿਕ ਨਸ਼ੇ ਨੇ ਬੇੜਾ ਗਰਕ ਕਰਤਾ ਤੇ ਫਿਰ ਇਹਦਾ ਤੁਹਾਨੂੰ ਮਾਲੀਆ ਵੀ ਆਵੇ ਔਰ ਲੋਕ ਉਹ ਚੀਜ਼ ਨੂੰ ਅਪਣਾ ਵੀ ਲੈਣ। ਮੈਂ ਇਸ ਗੱਲ ਦਾ ਨਿੱਜੀ ਤੌਰ ਤੇ ਹਮਾਇਤੀ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਅਫੀਮ, ਸ਼ਿਲਾਜੀਤ ਵਗੈਰਾ ਪੈਂਦੀਆਂ ਨੇ। ਡਰੱਗ ਨਸ਼ੇ ਦੇ ਮੁਕਾਬਲੇ ਜਿਹੜਾ ਸਿੰਥੈਟਿਕ ਨਸ਼ਾ ਹੈ, ਇਹ ਜਿਹੜਾ ਰਵਾਇਤੀ ਨਸ਼ਾ ਹੈ, ਤੇ ਫਿਰ ਵੀ ਕੋਈ ਕੰਮ ਕਰਦਾ ਹੈ। ਇਹਦੇ ਤੇ ਸਾਰੀਆਂ ਧਿਰਾਂ ਜ਼ਮੀਨੀ ਪੱਧਰ ਤੇ ਜਾ ਕੇ ਸੋਚ ਵਿਚਾਰਨ ਤੋਂ ਬਾਅਦ ਕੋਈ ਕੰਮ ਕਰਨ। ਮੈਂ ਇੱਕ ਵਾਰੀ ਫਿਰ ਦੱਸ ਦਿਆਂ, ਅਸੀਂ ਕਦੇ ਵੀ ਕਿਸੇ ਨਸ਼ੇ ਦੀ ਸਲਾਹ ਨਹੀਂ ਦਿੰਦੇ, ਪਰ ਜੇ ਦੂਜੀਆਂ ਚੀਜ਼ਾਂ ਦੇ ਮੁਕਾਬਲੇ ਜਿਨ੍ਹਾਂ ਨੇ ਬੇੜਾ ਗਰਕ ਕਰਤਾ ਲੋਕਾਂ ਨੂੰ, ਆ ਹੁਣ ਕੁੜੀਆਂ ਦੀਆਂ ਫੋਟੋਆਂ ਵੀ ਵਾਇਰਲ ਹੋਣ ਲੱਗ ਗਈਆਂ ਕਿ ਉਹ ਵੀ ਨਸ਼ੇ ਦੇ ਟੀਕੇ ਲਾਉਂਦੀਆਂ ਨੇ ਜੀ, ਤੇ ਫਿਰ ਲੱਖ ਲਾਹਨਤ ਆ ਸਾਡੇ ਤੇ। ਅਸਲ ਦੇ ਵਿੱਚ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਅਸੀਂ ਇਹਨਾਂ ਗੱਲਾਂ ਨੂੰ ਵਾਚਿਆ ਨਹੀਂ ਕਿ ਲੋਕ ਇੱਧਰ ਜਾ ਕਿਉਂ ਰਹੇ ਨੇ। ਇਹਦੇ ਅਸਲ ਕਾਰਨ ਕੀ ਨੇ? ਇਹਦੇ ਅਸਲ ਕਾਰਨ ਮੈਂ ਦੱਸ ਦਿੰਦਾ ਕਿ ਕਾਰੋਬਾਰ ਸਾਹਮਣੇ ਇਹਨਾਂ ਪੋਲੀਟੀਸ਼ੀਅਨਾਂ ਨੇ, ਇਹਨਾਂ ਰਾਜਨੀਤਿਕ ਲੋਕਾਂ ਨੇ, ਇਹਨਾਂ ਵੱਡੇ ਅਫਸਰਾਂ ਨੇ ਤੇ ਆਮ ਲੋਕ ਇੱਥੇ ਤੁਰੇ ਫਿਰਦੇ ਆ। ਕੋਈ ਜ਼ਮਾਨਾ ਹੁੰਦਾ ਸੀ, ਭਾਵੇਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਭਾਵੇਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ, ਇਹ 50-50, 60-60 ਕਿਲੋਮੀਟਰ ਦੇ ਰੂਟ ਆਪਣੇ ਵਰਕਰਾਂ ਨੂੰ ਦੇ ਦਿੰਦੇ ਸੀ ਜੀ। ਡਿਪੂ ਆਪਣੇ ਵਰਕਰਾਂ ਨੂੰ ਦੇ ਦਿੰਦੇ ਸੀ, ਚੱਲ ਵੀ ਉਹ ਵੀ ਯਾਰ ਰੋਟੀ ਪਾਣੀ ਖਾਂਦੇ ਰਹਿਣਗੇ, ਕੱਲ੍ਹ ਨੂੰ ਜੇ ਸਾਡਾ ਇਕੱਠ-ਬੱਠ ਕਰਨਾ ਹੈ ਤੇ ਉਹ ਕਰ ਲੈਣਗੇ। ਤੇ ਇਹ ਸਿਸਟਮ ਦੇ ਵਿੱਚ ਜਦੋਂ ਤੋਂ ਤਬਦੀਲੀ ਆਈ ਹੈ, ਕਾਰੋਬਾਰ ਤੁਸੀਂ ਸਾਂਭ ਲਏ ਤੇ ਰਾਮੂਵਾਲੀਆ ਸਾਹਿਬ ਅਕਾਲੀ ਦਲ ਦੇ ਉੱਤੇ ਤੰਜ ਕੱਸਦੇ ਹੁੰਦੇ ਸੀ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆਈ ਬਾਜ਼ਾਰ ਵਿੱਚੋਂ ਘੋਗੇ, ਕੁਰਸੀਆਂ ਲੈ ਗਏ ਉਹਨਾਂ ਦੇ ਰਿਸ਼ਤੇਦਾਰ, ਵਰਕਰ ਰਹਿ ਗਏ ਜਕਾਰਿਆਂ ਜੋਗੇ। ਵਰਕਰਾਂ ਨੂੰ ਤੁਸੀਂ ਵਰਕਰ ਨਹੀਂ ਸਮਝਿਆ, ਵਰਕਰ ਵੀ ਉਹੋ ਜਿਹੇ ਹੋ ਗਏ। ਪਹਿਲੇ ਜ਼ਮਾਨੇ ਦੇ ਵਿੱਚ ਜਿਹੜਾ ਕੋਈ MLA ਬਣਦਾ ਸੀ ਉਹ ਆਪਣੇ ਵਰਕਰਾਂ ਦਾ ਬਹੁਤ ਖਿਆਲ ਰੱਖਿਆ ਕਰਦਾ ਸੀ। ਸਿਸਟਮ ਦੇ ਵਿੱਚ ਤਬਦੀਲੀ ਆ ਗਈ, ਉਹ ਬਦਲੇ ਹੋਏ ਸਿਸਟਮ ਦੇ ਵਿੱਚ ਹੀ ਸਾਰਾ ਮਾਮਲਾ ਜਿਹੜਾ ਹੈਗਾ ਉਲਝਦਾ ਜਾ ਰਿਹਾ ਜੀ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਵਡਮੁੱਲੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤੇ ਕੱਲ ਫਿਰ ਦਰਸ਼ਕੋ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਧੰਨਵਾਦ।